ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰਿਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ। ਜੋ ਆਪਾਂ ਨੇ ਫਿਜ਼ਿਕਸ ਦੀ ਮਾਸਟਰ ਕੈਡਰ ਦੀ ਸੀਰੀਜ਼ ਸਟਾਰਟ ਕੀਤੀ ਹੈ ਉਸ ਨੂੰ ਕੰਟੀਨਿਊ ਕਰਾਂਗੇ। ਅੱਜ ਆਪਾਂ ਨੈਕਸਟ ਜੋ ਟੌਪਿਕ ਸੀਗਾ ਉਸ ਨੂੰ ਸਟਾਰਟ ਕਰਾਂਗੇ। ਆਪਾਂ ਨੇ ਥਰਮੋਡਾਇਨਾਮਿਕਸ ਦੇ ਫਸਟ 2 ਲੈਕਚਰਸ ਕੰਪਲੀਟ ਕਰ ਲਏ। ਅੱਜ ਤੁਹਾਡਾ ਥਰਡ ਲੈਕਚਰ ਹੋਏਗਾ ਜੋ ਆਲਮੋਸਟ ਤੁਹਾਡੀ ਥਰਮੋਡਾਇਨਾਮਿਕਸ ਯੂਨਿਟ ਨੂੰ ਕੀ ਕਰ ਦੇਗਾ, ਕੰਪਲੀਟ ਕਰ ਦੇਗਾ। ਤਾਂ ਅਗਰ ਤੁਹਾਡਾ ਕੋਈ ਡਾਊਟ ਹੋਇਆ ਤਾਂ ਤੁਸੀਂ ਨਾਲ ਦੀ ਨਾਲ ਤੁਸੀਂ ਪੁੱਛ ਸਕਦੇ ਹੋ। ਸਟਾਰਟ ਕਰਦੇ ਹਾਂ। ਅੱਜ ਆਪਾਂ ਡਿਸਕਸ ਕਰਾਂਗੇ ਜੋ ਟੌਪਿਕ ਹੈ ਉਹ ਹੈ ਗਿਬਸ ਫੇਜ਼ ਰੂਲ। ਗਿਬਸ ਫੇਜ਼ ਰੂਲ ਦੇਖੋ, ਇਸ ਨੂੰ ਸਮਝਣ ਤੋਂ ਪਹਿਲਾਂ ਆਪਾਂ ਕੁਝ ਚੀਜ਼ਾਂ ਨੂੰ ਡਿਸਕਸ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਦੇਖੋ, ਅਗਰ ਆਪਾਂ ਗੱਲ ਕਰੀਏ ਸਟੇਟ ਕੀ ਹੁੰਦੀ ਹੈ, ਸਟੇਟ ਤੋਂ ਆਪਾਂ ਕੀ ਸਮਝਦੇ ਹਾਂ, ਪਹਿਲਾਂ ਇਸ ਨੂੰ ਡਿਸਕਸ ਕਰਦੇ ਹਾਂ। ਦੇਖੋ, ਸਟੇਟ ਦਾ ਮਤਲਬ ਹੁੰਦਾ ਜੋ ਕੀ ਹੈ ਫਿਕਸਡ, ਜਿਸ ਦਾ ਅਗਰ ਹੁਣ ਮੰਨ ਲਓ ਇਹ ਕੋਈ ਡੋਟ ਹੈ, ਉਹ ਪ੍ਰੋਪਰਟੀ ਹੈ ਕੋਈ ਸਿਸਟਮ ਦੀ, ਮੰਨ ਲਓ ਇਸ ਦਾ ਮਤਲਬ ਕੀ ਹੈ, ਇਸ ਦੀ ਜੋ ਵੈਲਿਊ ਹੈ ਫਿਕਸਡ ਹੋਏਗੀ। ਹਰ ਜਗ੍ਹਾ 'ਤੇ ਇਸ ਦੀ ਜੋ ਵੈਲਿਊ ਹੈ ਉਹ ਫਿਕਸਡ ਰਹੇਗੀ, ਜੋ ਚੇਂਜ ਨਾ ਹੋਵੇ। ਜਿਸ ਦੀ ਵੈਲਿਊ ਚੇਂਜ ਨਾ ਹੋਵੇ, ਫਿਕਸਡ ਰਵੇ, ਉਸ ਨੂੰ ਆਪਾਂ ਕੀ ਬੋਲ ਦਿੰਦੇ ਹਾਂ, ਸਟੇਟ ਬੋਲ ਦਿੰਦੇ ਹਾਂ। ਕਲੀਅਰ? ਤਾਂ ਕੋਈ ਵੀ ਸਿਸਟਮ ਹੈ, ਕੋਈ ਸਿਸਟਮ ਹੈ ਜਿਸ ਦੇ ਵਿੱਚ ਕੀ ਨੇ ਐਮ ਟੋਟਲ ਨੰਬਰ ਆਫ ਪ੍ਰੋਪਰਟੀਜ਼ ਨੇ। ਐਮ ਕੀ ਨੇ ਆਪਣੇ ਕੋਲ, ਟੋਟਲ ਨੰਬਰ ਆਫ ਪ੍ਰੋਪਰਟੀਜ਼ ਮੀਨਸ ਟੋਟਲ ਜੋ ਉਸ ਦੇ ਵਿੱਚ ਪ੍ਰੋਪਰਟੀਜ਼ ਪ੍ਰੈਜ਼ੈਂਟ ਨੇ ਉਸ ਨੂੰ ਆਪਾਂ ਕੀ ਬੋਲਦੇ ਹਾਂ, ਐਮ ਨਾਲ ਡੋਨੇਟ ਕਰ ਰਹੇ ਹਾਂ। ਟੋਟਲ ਨੰਬਰ ਆਫ ਪ੍ਰੋਪਰਟੀਜ਼ ਨੂੰ ਕਿਸ ਨਾਲ ਡੋਨੇਟ ਕਰ ਰਹੇ ਹਾਂ, ਐਮ ਇੱਕ ਸਿੰਬਲ ਲੈ ਲਿਆ ਮੈਨੇ। ਨਾਲ ਹੀ ਅਗਰ ਮੈਂ ਗੱਲ ਕਰਾਂ ਐਨ, ਮੈਨੇ ਕੀ ਲੈ ਲਿਆ, ਜੋ ਇੰਡੀਪੈਂਡੈਂਟ ਹੈ, ਜੋ ਕਿ ਜੋ ਸਿਸਟਮ 'ਤੇ ਡਿਪੈਂਡ ਨਹੀਂ ਕਰਦੀਆਂ, ਉਸ ਨੂੰ ਆਪਾਂ ਕੀ ਲੈ ਲਿਆ, ਐਨ ਨਾਲ ਇੰਡੀਪੈਂਡੈਂਟ ਪ੍ਰੋਪਰਟੀਜ਼ ਲੈ ਲਿਆ। ਕਲੀਅਰ? ਦੇਖੋ, ਹੁਣ ਅਗਰ ਆਪਾਂ ਗੱਲ ਕਰੀਏ, ਮੇਰੇ ਕੋਲ ਟੋਟਲ 10 ਚੀਜ਼ਾਂ ਹੈ ਜਿਸ ਦੇ ਵਿੱਚੋਂ 5 ਕੀ ਨੇ ਡਿਪੈਂਡ ਕਰਦੀਆਂ, ਜਾਂ 5 ਕੀ ਨੇ ਟੌਫੀਜ਼ ਹੈ, 5 ਇੰਡੀਪੈਂਡੈਂਟ ਹੈ, 5 ਟੌਫੀਜ਼ ਹੈ, 5 ਅਲੱਗ ਚੀਜ਼ ਹੈ। ਤਾਂ ਅਗਰ ਮੈਂ ਗੱਲ ਕਰਾਂ ਚੋਕਲੇਟਸ ਕਿੰਨੀਆਂ ਰਹਿ ਜਾਣਗੀਆਂ, 5 ਰਹਿ ਜਾਣਗੀਆਂ। ਕਿੱਦਾਂ ਪਤਾ ਲੱਗਿਆ? ਇਹਨਾਂ 'ਚੋਂ ਸਬਟਰੈਕਟ ਕਰਕੇ। ਚਾਹੇ ਤੁਸੀਂ ਇਸ ਦੀ ਜਗ੍ਹਾ 6 ਲੈ ਸਕਦੇ ਹੋ, 6 ਆਪਣੇ ਕੋਲ ਟੌਫੀਜ਼ ਹੈ ਤਾਂ ਚੋਕਲੇਟ ਕਿੰਨੀਆਂ ਰਹਿ ਜਾਣਗੀਆਂ, 4। ਅਲੱਗ-ਅਲੱਗ ਐਗਜ਼ਾਮਪਲ ਲੈ ਸਕਦੇ ਹੋ। ਮੀਨਸ ਜਦੋਂ ਆਪਾਂ ਟੋਟਲ ਟਰਮਸ ਦੇ ਵਿੱਚੋਂ, ਟੋਟਲ ਜੋ ਆਪਣੇ ਕੋਲ ਟਰਮਸ ਹੈ ਉਸ ਦੇ ਵਿੱਚੋਂ ਅਗਰ ਆਪਾਂ ਇੰਡੀਪੈਂਡੈਂਟ ਟਰਮਸ ਨੂੰ, ਇੰਡੀਪੈਂਡੈਂਟ ਪ੍ਰੋਪਰਟੀਜ਼ ਨੂੰ ਸਬਟਰੈਕਟ ਕਰ ਦਾਂਗੇ ਤਾਂ ਆਪਣੇ ਕੋਲ ਕੀ ਆ ਜਾਏਗਾ, ਡਿਪੈਂਡੈਂਟ ਪ੍ਰੋਪਰਟੀਜ਼, ਜੋ ਉਹਨਾਂ 'ਤੇ ਕੀ ਕਰਦੀਆਂ ਨੇ, ਡਿਪੈਂਡ ਕਰਦੀਆਂ। ਜਿੱਦਾਂ ਕਿ ਅਗਰ ਮੈਂ ਗੱਲ ਕਰਾਂ ਆਪਣੇ ਕੋਲ ਐਮ ਕੀ ਸੀ, ਟੋਟਲ ਪ੍ਰੋਪਰਟੀਜ਼, ਐਨ ਕੀ ਸੀ, ਇੰਡੀਪੈਂਡੈਂਟ ਪ੍ਰੋਪਰਟੀਜ਼। ਤਾਂ ਐਮ ਮਾਈਨਸ ਐਨ ਕੀ ਹੋ ਜਾਏਗਾ ਆਪਣੇ ਕੋਲ, ਡਿਪੈਂਡੈਂਟ ਪ੍ਰੋਪਰਟੀਜ਼, ਜੋ ਕੀ ਕਰਨਗੀਆਂ, ਡਿਪੈਂਡ ਕਰਨਗੇ ਕਿਸ 'ਤੇ, ਸਿਸਟਮ 'ਤੇ। ਜੋ ਕਿਸ 'ਤੇ ਡਿਪੈਂਡ ਕਰਨਗੀਆਂ, ਸਿਸਟਮ 'ਤੇ ਡਿਪੈਂਡ ਕਰਨਗੀਆਂ। ਜਿਵੇਂ ਹੁਣ ਅਗਰ ਮੈਂ ਗੱਲ ਕਰਾਂ, ਦੇਖੋ ਮੈਨੇ ਕੋਈ ਵੀ ਲੈ ਲਿਆ, ਮੰਨ ਲਓ ਐਕਸ ਲੈ ਲਿਆ ਕਿ ਇਸ ਦੇ ਇਕੁਅਲ ਹੈ 2y+2 'ਤੇ। ਇਸ ਦਾ ਮਤਲਬ ਕੀ ਹੋਇਆ ਕਿ ਮੈਂ ਅਲੱਗ-ਅਲੱਗ y ਦੀ ਵੈਲਿਊ ਪੁੱਟ ਕਰੂੰਗੀ ਤਾਂ ਆਪਣੇ ਕੋਲ x ਆਏਗਾ। ਜਿਵੇਂ ਹੁਣ ਮੈਨੇ y ਦੀ ਵੈਲਿਊ 1 ਪੁੱਟ ਕਰਤੀ ਤਾਂ ਆਪਣੇ ਕੋਲ x ਕਿੰਨਾ ਆ ਜਾਏਗਾ, 2+2 ਕਿੰਨਾ ਆ ਜਾਏਗਾ, 4 ਆ ਜਾਏਗਾ। ਅਗਰ ਮੈਨੇ y ਦੀ ਵੈਲਿਊ 2 ਕਰਤੀ ਤਾਂ x ਆਪਣੇ ਕੋਲ ਕਿੰਨਾ ਆ ਜਾਏਗਾ, 2 ਨੂੰ 2 ਨਾਲ ਮਲਟੀਪਲਾਈ, 4+2 ਕਿੰਨਾ ਆ ਗਿਆ ਆਪਣੇ ਕੋਲ, 6। ਇਸ ਦਾ ਮਤਲਬ ਕੀ ਹੈ, ਅਗਰ ਮੈਂ y ਦੀ ਵੈਲਿਊ ਨੂੰ ਫਿਕਸਡ ਕਰਦਾ, y ਦੀ ਵੈਲਿਊ ਨੂੰ ਕੀ ਕਰਦਾ, ਫਿਕਸਡ ਕਰਦਾ, ਤਾਂ ਆਪਣੇ ਕੋਲ ਜੋ x ਹੈ, ਜੋ ਡਿਪੈਂਡੈਂਟ ਫੰਕਸ਼ਨ ਹੈ, ਉਹ ਵੀ ਕੀ ਹੋ ਜਾਏਗਾ, ਫਿਕਸਡ ਹੋ ਜਾਏਗਾ। y ਕੀ ਸੀ, ਇੰਡੀਪੈਂਡੈਂਟ ਸੀ, ਕਿਉਂਕਿ y ਕੀ ਆਪਾਂ ਚੇਂਜ ਕਰ ਰਹੇ ਸੀ, y ਦੀ ਵੈਲਿਊ ਕੀ ਕਰ ਰਹੇ ਸੀ, ਚੇਂਜ ਕਰ ਰਹੇ ਸੀ। ਉਸ ਦੇ ਨਾਲ ਕੀ ਚੇਂਜ ਹੋ ਰਿਹਾ ਸੀ, ਆਪਣੇ ਕੋਲ x ਚੇਂਜ ਹੋ ਰਿਹਾ ਸੀ। ਇਸ ਦਾ ਮਤਲਬ ਕੀ ਹੋਇਆ, ਅਗਰ ਮੈਂ y ਨੂੰ ਫਿਕਸਡ ਕਰ ਦੂੰਗੀ ਤਾਂ ਆਪਣੇ ਕੋਲ ਆਟੋਮੈਟਿਕਲੀ ਜੋ x ਦੀ ਵੈਲਿਊ ਹੋਏਗੀ ਉਹ ਕੀ ਹੋ ਜਾਏਗੀ, ਫਿਕਸਡ ਹੋ ਜਾਏਗੀ। ਇਸੇ ਵੇ ਨਾਲ ਆਪਾਂ ਜੋ ਇਹ ਟਰਮਸ ਹੈ ਉਸ ਨੂੰ ਡਿਸਕਸ ਕਰਾਂਗੇ। ਗਿਬਸ ਫੇਜ਼ ਰੂਲ ਕੀ ਕਹਿੰਦੇ ਨੇ, ਦੇਖੋ ਆਪਣੇ ਕੋਲ ਗਿਬਸ ਫੇਜ਼ ਰੂਲ ਕੀ ਕਹਿੰਦੇ ਆ, ਲੈਟ ਕਰ ਲਓ, ਕਹਿੰਦੇ ਆਪਣੇ ਕੋਲ ਪ੍ਰੋਪਰਟੀਜ਼ ਨੇ ਕਿੰਨੀਆਂ, ਆਪਣੇ ਕੋਲ ਟੋਟਲ ਨੰਬਰ ਆਫ ਪ੍ਰੋਪਰਟੀਜ਼ ਕਿੰਨੀਆਂ ਨੇ, ਐਮ, ਜਿਸ ਦੇ ਵਿੱਚ ਦੇਅਰ ਆਰ ਨੰਬਰ ਆਫ ਪ੍ਰੋਪਰਟੀਜ਼, ਐਮ ਲਿਖ ਲਓ, ਜਿਹਦੇ ਵਿੱਚੋਂ ਐਨ ਕੀ ਨੇ, ਇੰਡੀਪੈਂਡੈਂਟ ਹੈ, ਤਾਂ ਐਮ ਮਾਈਨਸ ਐਨ ਆਪਣੇ ਕੋਲ ਰਿਮੇਨਿੰਗ ਰਹਿ ਜਾਣਗੀਆਂ।
जो की होणगियां डिपेंडेंट प्रॉपर्टीज़ होणगियां, की होणगियां डिपेंडेंट प्रॉपर्टीज़ होणगियां। अगर ਆਪਾਂ ने फिक्स करती इंडिपेंडेंट प्रॉपर्टीज़ की वैल्यू मीनस वाई की करता फिक्स करता, तो जो डिपेंडेंट प्रॉपर्टीज़ ने वो भी की हो जाएगी आटोमैटिकली फिक्स हो जाएगी। मीनस जो अपने को एक्स सी वो भी की हो जाएगा आटोमैटिकली फिक्सड हो जाएगा। मीनस वाई की वैल्यू फिक्स करन दे नाल अपने को एक्स की हो रहा सी फिक्स। किस तरह लिया सी आपां एक्स की दे इक्वल लिया सी 2y+2 दे। अगर मैं y की वैल्यू नू फिक्स करदी हाँ तो अपने को एक्स भी की हो जाता है आटोमैटिकली फिक्स हो जाता है। इसनों की कहा जाता है गिब्स फेज रूल किया जाता है। हुण देखो अगर इसकी आप फॉर्मूले की गल करिए जो मोस्ट इंपोर्टेंट है जिस दे बेसिस ते क्वेश्चन बनता है, जिसनों तुसी लिख सकते हो P+F इज़ इक्वल टू C+2। देखो हाँ जी, तो P की अपने को फेज ये तुसी याद रखना है जो फॉर्मूला मोस्ट इंपॉर्टेंट है। F का मतलब है मिनिमम नंबर ऑफ इंडिपेंडेंट प्रॉपर्टीज़, मिनिमम नंबर ऑफ इंडिपेंडेंट प्रॉपर्टीज़ जो किदे लिए जरूरी ने एक स्टेट नो फिक्स करन दे लई की ने अपने को जरूरी ने नैसेसरी ने। क्लियर। सी की अपने को सी का मतलब कि अपने को कंपोनेंट किन्ने कंपोनेंट अपने को प्रेजेंट है 2 आपां की है नाल ऐड करांगे। ये तुहाडा की है रूल है गिब्स फेज रूल है। देखो एग्जाम्पल लैके इसनों सॉल्व कर दें। इसकी अगर एग्जाम्पल लैके मैं सॉल्व करा, मान लो अपने को 2 एग्जाम्पल लेने सिंपली एक ही अपने को वाटर है, वाटर दे मोलीक्यूल है H2O है। एंड सैकेंड वन मैं गल करा अपने को 2 फेजिज दे विच वाटर है, एक तो गैस फेज दे विच वाटर है, सैकेंड वन इज़ लिक्विड फेज दे विच हैगा अपने को की है वाटर ही है। सब तो पहले अगर मैं फर्स्ट की गल करा तो इस दे विच कंपोनेंट की है 1 ही है क्योंकि कला वाटर प्रेजेंट है। सैकेंड अगर मैं गल करा इसका फेज भी की है 1 है क्योंकि ये लिक्विड फेज दे विच है, इस दे विच 2 फेजिस की गल नहीं की। हुण अगर मैं फॉर्मूले के अकॉर्डिंग वैल्यू पुट करदा फेज 1+F मिनिमम नंबर ऑफ इंडिपेंडेंट वेरीएबल्स प्रॉपर्टीज़ इज़ इक्वल टू कंपोनेंट किन्ने 1 वाटर है सिर्फ अपने को +2। तो इस वे दे नाल अपने को F की वैल्यू कितनी आ जाएगी 1 नाल 1 कैंसल, F अपने को कितना आ जाएगा 2। मीनस मिनिमम नंबर ऑफ इंडिपेंडेंट प्रॉपर्टीज़ अपने को कितनियां ने 2 है। नैक्सट अगर मैं गल करा अगर अपने को जो वाटर है वो 2 फेजिस प्रेजेंट है, देखो लिक्विड भी है गैसियस भी है, मीनस फेज किन्ने हो गए 2 बट है तो वाटर ही है ना, इदा तो है नहीं कुछ होर पाया आप रहेगा तो वाटर ही, तो कंपोनेंट किन्ने अपने को 1। हुण अगर आप वैल्यू पुट कर दें 2 फेज +F इज़ इक्वल टू कंपोनेंट प्लस अपने को किया जाता है 2 जो कॉन्स्टेंट है 2 नाल 2 कैंसल, तो इस दे विच F की वैल्यू कितनी आ जाएगी अपने को 1 आ जाएगी। इसका मतलब की होया अपने को मिनिमम नंबर ऑफ इंडिपेंडेंट वेरीएबल्स किन्ने हैं प्रॉपर्टीज़ किन्नियां ने 1। क्लीयर। इस वे दे नाल तुसी इसनों की कर सकते हो सॉल्व कर सकते हो। आई होप तुहाडा ये जो टॉपिक है इस सिलेबस दे विच मैंशन है, कई बार की है डायरैक्ट वे दे विच न्यूमेरिकल बन जाता है, तो तुसी ध्यान रखना है कन्फ्यूज़ नहीं होना। नैक्सट आप डिस्कस करांगे जो नैक्सट अपना टॉपिक है। देखो नैक्सट टॉपिक देखते हैं, आई होप तुहानू एग्जाम्पल्स क्लीयर हो चुकी हैं। नैक्सट देखो जी, नैक्सट है वंडरवाल इक्वेशन ऑफ स्टेट्स ऑफ अ रियल गैस। इस दे विच किस दी गल कीती गई है रियल गैस की गल कीती गई है, तो ये भी तुहाडे सिलेबस दे विच की है मैंशन है। सब तो पहले अगर मैं गल करा आइडियल इक्वेशन की वैल्यू की होंदी है, आइडियल इक्वेशन की वैल्यू सॉरी अगर डिस्टर्बेंस आ रही हो एक्चुअली अज लेट हो गए थोड़ा जहा। आइडियल गैस की अगर गल करिए उसकी इक्वेशन की होंगी PV इज़ इक्वल टू RT NRT। मान लो N की वैल्यू अपने को 1 है। तो इस दे विच ना कुछ एजम्पशन सीगियां। फर्स्ट तो की सी कहते जो मोलीक्यूल्स होंगे गैस दे वो की करते हैं निगलीजिबल, उन्होंने जो साइज़ है मोलीक्यूल का साइज़ वो निगलीजिबल होंगे। मीनस आप उन्होंने नगलैक्ट कर सकते हैं उसके साइज़ को क्योंकि वो की करते हैं ऑक्यूपाई की करते हैं नैगलीजिबल वॉल्यूम को की करते हैं ऑक्यूपाई करते हैं, मीनस ज़्यादा वॉल्यूम कवर नहीं करते। इसलिए जो मोलीक्यूल ऑफ गैस है उन्होंने आप की कर दें नैगलीजिबल कर सकते हैं। एक तो अपने को फर्स्ट एजम्पशन ये सी। सैकेंड वन अपने को की सी, सैकेंड सी कि नो फोर्स ऑफ अट्रैक्शन और रिपल्शन इन्हां दे विच जो मोलीक्यूल्स हैं इन्हां दे विचकार कोई भी फोर्स ऑफ अट्रैक्शन और रिपल्शन प्रेजेंट नहीं सी। नो फोर्स ऑफ अट्रैक्शन
एंड रिपल्शन बिटवीन द ਮੋਲੀਕਿਊਲਸ ਜਾਂ ਬਿਟਵੀਨ them ਉਹ ਪ੍ਰੈਜ਼ੈਂਟ ਕੀ ਹੈ ਨਹੀਂ ਸੀ। ਇਹ ਆਪਣੇ ਕੋਲ ਕਿਸ ਦੀ ਗੱਲ ਕੀਤੀ ਗਈ ਸੀ, ਜੋ ਆਪਣੇ ਕੋਲ ਆਈਡੀਅਲ ਗੈਸ ਦੇ ਕੁਝ ਐਜ਼ੰਪਸ਼ਨਸ ਆਏ ਸੀਗੇ। ਠੀਕ ਹੈ, ਹੁਣ ਆਪਾਂ ਡਿਸਕਸ ਕਰਾਂਗੇ ਜੋ ਰੀਅਲ ਗੈਸ ਸੀ ਇਸ ਦੇ ਵਿੱਚ ਕੀ ਸੀ। ਦੇਖੋ ਇਸ ਦੇ ਵਿੱਚ ਮੇਨ ਜੋ ਚੀਜ਼ ਸੀ ਉਹ ਕੀ ਕਹੀ ਗਈ ਸੀ ਕਿ ਜੋ ਕੋਈ ਵੀ ਗੈਸ ਦੇ ਮੋਲੀਕਿਊਲਸ ਹੈ ਉਹਨਾਂ ਦਾ ਜੋ ਸਾਈਜ਼ ਹੈ, ਦੇਖੋ ਆਪਾਂ ਨੇ ਕੀ ਗੱਲ ਕੀਤਾ, ਉਹ ਨਗਲੀਜੀਬਲ ਸੀ, ਐਜ਼ੰਪਸ਼ਨ ਸੀ। ਮੰਨ ਲਓ ਕੋਈ ਕੰਟੇਨਰ ਹੈ ਜਿਸ ਦਾ ਵੋਲੀਅਮ ਕੀ ਹੈ V, ਇਹਦੇ ਵਿੱਚ ਕੀ ਹੈ ਕੁਝ ਮੋਲੀਕਿਊਲਸ ਪ੍ਰੈਜ਼ੈਂਟ ਹੈ। ਮੰਨ ਲਓ ਇਹਨਾਂ ਦਾ ਜੋ ਵੋਲੀਅਮ ਹੈ ਉਹ ਕੀ ਹੈ ਸਮਾਲ b ਨਾਲ ਮੈंने ਡੋਨੇਟ ਕਰਤਾ, ਕੁਛ ਨਾ ਕੁਛ ਵੋਲੀਅਮ ਹੋਏਗਾ। ਤਾਂ ਚੇਂਜ ਇਨ ਵੋਲੀਅਮ ਜੋ ਆਈਡੀਅਲ ਗੈਸ ਦੇ ਵਿੱਚ ਚੇਂਜ ਆਇਆ ਸੀ ਇਨ ਵੋਲੀਅਮ ਦੇ ਵਿੱਚ, ਉਹ ਕੀ ਆਇਆ ਸੀ, ਉਹਨਾਂ ਨੇ ਕੀ ਕੀਤਾ, ਜੋ ਟੋਟਲ ਵੋਲੀਅਮ ਸੀ ਉਸ ਦੇ ਵਿੱਚੋਂ ਕੀ ਹੈ ਇੱਕ ਕੌਨਸਟੈਂਟ -b ਕਰਤਾ ਸੀ। b ਆਪਣੇ ਕੋਲ ਕੀ ਹੈ, ਜੋ ਇਸ ਦਾ ਕੀ ਹੈ ਆਪਣੇ ਕੋਲ ਵੋਲੀਅਮ ਸਾਈਜ਼ ਮੋਲੀਕਿਊਲਸ ਦਾ ਜੋ ਵੋਲੀਅਮ ਹੈ ਉਸਨੂੰ ਆਪਾਂ ਨੇ ਕੀ ਕਰਤਾ, ਮਾਈਨਸ ਕਰਤਾ ਸੀ। ਕਲੀਅਰ, ਇਸ ਵੇ ਦੇ ਨਾਲ ਹੁਣ ਇਕੁਏਸ਼ਨ ਕੀ ਬਣ ਜਾਣੀ ਸੀ, p v - b ਇਜ਼ ਇਕੁਅਲ ਟੂ RT। ਆਪਣੇ ਕੋਲ ਇਹ ਇਕੁਏਸ਼ਨ ਬਣ ਜਾਣੀ ਸੀ ਕਿਉਂਕਿ ਆਪਾਂ ਨੇ ਵੋਲੀਅਮ ਦੇ ਵਿੱਚ ਕੀ ਕਰਤਾ ਸੀ, ਚੇਂਜ ਕਰਤਾ। ਕਿੱਦਾਂ ਕਰਤਾ, ਕਿਉਂਕਿ ਜੋ ਉਹਨਾਂ ਦੇ ਗੈਸ ਪਾਰਟੀਕਲਸ ਨੇ, ਸੌਰੀ ਮੋਲੀਕਿਊਲਸ ਨੇ, ਉਹਨਾਂ ਦਾ ਕੋਈ ਨਾ ਕੋਈ ਵੋਲੀਅਮ ਹੈ, ਜੋ ਉਹਨਾਂ ਦਾ ਵੋਲੀਅਮ ਹੈ ਉਸਨੂੰ ਆਪਾਂ ਨੇ ਕੀ ਕਰਤਾ, ਸਬਟਰੈਕਟ ਕਰਤਾ। ਸੈਕਿੰਡ ਵਨ ਕੀ ਸੀ, ਦੇਖੋ ਸੈਕਿੰਡ ਕੀ ਸੀ, ਕਹਿੰਦੇ ਕੋਈ ਵੀ ਕੰਟੇਨਰ ਹੈ, ਮੰਨ ਲਓ ਕਲੋਜ਼ ਕੰਟੇਨਰ ਹੈ, ਇੱਥੇ ਕੋਈ ਪਾਰਟੀਕਲ ਹੈ, ਇਸ ਦੀ ਅਲੱਗ-ਅਲੱਗ ਡਾਇਰੈਕਸ਼ਨ ਦੇ ਵਿੱਚ ਫੋਰਸ ਅਪਲਾਈ ਹੋਏਗੀ। ਬਟ ਕਹਿੰਦੇ ਅਗਰ ਕੋਈ ਵੀ ਪਾਰਟੀਕਲ ਪ੍ਰੈਜ਼ੈਂਟ ਕਿੱਥੇ ਹੈ, ਕੰਟੇਨਰ ਦੇ ਵੋਲ ਦੇ ਨਾਲ ਹੈ, ਤਾਂ ਇਸ ਸਾਈਡ ਤਾਂ ਲਗਾਏਗਾ ਬਟ ਉੱਪਰ ਨੂੰ ਤਾਂ ਕੋਈ ਫੋਰਸ ਹੀ ਨਹੀਂ ਲੱਗੇਗੀ। ਤਾਂ ਇਸ ਦਾ ਮਤਲਬ ਕੀ ਹੋਇਆ, ਕੋਈ ਵੀ ਮੋਲੀਕਿਊਲ ਹੈ ਉਸ ਜੋ ਕੀ ਹੈ ਇੰਟੀਰੀਅਰ ਅੰਦਰ ਪ੍ਰੈਜ਼ੈਂਟ ਹੈ ਗੈਸ ਦੇ ਵਿੱਚ, ਤਾਂ ਦੂਸਰੇ ਦੁਆਰਾ ਅਟਰੈਕਟ ਕੀਤਾ ਜਾਏਗਾ। ਹੁਣ ਇਹ ਸਾਰੀ ਡਾਇਰੈਕਸ਼ਨ ਦੇ ਵਿੱਚ ਅਟਰੈਕਟ ਹੋ ਰਿਹਾ, 올 ਡਾਇਰੈਕਸ਼ਨ ਦੇ ਵਿੱਚ ਅਟਰੈਕਸ਼ਨ ਹੋ ਰਹੀ ਹੈ, 올 ਡਾਇਰੈਕਸ਼ਨ ਦੇ ਵਿੱਚ ਕੀ ਹੋ ਰਹੀ ਹੈ, ਅਟਰੈਕਸ਼ਨ ਹੋ ਰਹੀ ਹੈ। ਤਾਂ ਇਸ ਦੀ ਜੋ ਨੈਟ ਫੋਰਸ ਹੋਏਗੀ ਉਹ ਕੀ ਹੋ ਜਾਏਗੀ, 0 ਹੋ ਜਾਏਗੀ, ਕਿਉਂਕਿ ਇਸ ਦੀ ਜੋ ਅਟਰੈਕਸ਼ਨ ਹੈ ਉਹ ਸਾਰੇ ਤਰਫ ਤੋਂ ਹੋ ਰਹੀ ਹੈ। ਬਟ ਅਗਰ ਜੋ ਮੈਂ ਇਸ ਮੋਲੀਕਿਊਲ ਦੀ ਗੱਲ ਕਰਾਂ ਜੋ ਦੀਵਾਰ ਦੇ ਵੋਲ ਦੇ ਨਾਲ ਹੈ, ਇਸ ਦੇ ਵਿਚਕਾਰ ਕੀ ਹੋ ਰਿਹਾ, ਇਨਵਰਡ ਪੁੱਲ ਹੋ ਰਹੀ ਹੈ। ਓਨਲੀ ਇਨਵਰਡ ਪੁੱਲ ਮੀਨਸ ਅੰਦਰ ਵੱਲ ਖਿੱਚਿਆ ਜਾ ਰਿਹਾ ਹੈ, 올 ਡਾਇਰੈਕਸ਼ਨ ਦੇ ਵਿੱਚ ਨਹੀਂ ਹੈ, ਜਿਸ ਦੇ ਨਾਲ ਕੀ ਹੈ ਜੋ ਵਿਲੋਸਿਟੀ ਹੈ ਉਹਦੀ ਰਿਡਕਸ਼ਨ ਹੋ ਜਾਏਗੀ। ਵਿਲੋਸਿਟੀ ਕੀ ਹੋ ਜਾਏਗੀ, ਰਿਡਿਊਸ ਹੋ ਜਾਏਗੀ, ਘਟ ਜਾਏਗੀ। ਵੋਲਿਊਮ ਵਿਲੋਸਿਟੀ ਕੀ ਹੋ ਜਾਏਗੀ, ਘਟ ਜਾਏਗੀ, ਕਿਉਂਕਿ ਸਿਰਫ ਕੰਟੇਨਰ ਦੇ ਆ ਨਾਲ ਵਾਲੇ ਪੋਰਸ਼ਨ ਤੇ ਲੱਗ ਰਿਹਾ, ਉੱਪਰ ਵਾਲੇ ਪੋਰਸ਼ਨ ਦੇ ਵਿੱਚ ਨਹੀਂ ਲੱਗ ਰਿਹਾ, ਜਿਹਦੇ ਨਾਲ ਕੀ ਹੋ ਜਾਂਦਾ ਹੈ, ਨੰਬਰ ਆਫ ਮੋਲੀਕਿਊਲਸ ਦੇ ਵਿੱਚ ਕੀ ਆ ਜਾਂਦਾ ਹੈ, ਜੋ ਅਟਰੈਕਟਿੰਗ ਪਾਰਟੀਕਲਸ ਨੇ ਉਹਨਾਂ ਦੇ ਵਿੱਚ ਕੀ ਆ ਜਾਂਦਾ ਹੈ, ਚੇਂਜ ਆ ਜਾਂਦਾ ਹੈ। ਦੇਖੋ ਕਿੱਦਾਂ, ਮੰਨ ਲਓ ਅਗਰ ਆਪਾਂ ਗੱਲ ਕਰੀਏ ਜੋ ਅਟਰੈਕਟਿੰਗ ਨੰਬਰ ਆਫ ਅਟਰੈਕਟਿੰਗ ਜੋ ਖਿੱਚ ਰਹੇ ਨੇ ਮੋਲੀਕਿਊਲਸ, ਉਹ ਪਰ ਯੂਨਿਟ ਵੋਲੀਅਮ ਮੰਨ ਲਓ ਕਿਸ 'ਤੇ ਡਿਪੈਂਡ ਕਰਦੇ ਨੇ, ਰੋ 'ਤੇ। ਰੋ ਆਪਣੇ ਕੋਲ ਕੀ ਹੁੰਦੀ ਹੈ, ਡੈਂਸਿਟੀ 'ਤੇ ਕੀ ਕਰਦੇ ਆ, ਡਿਪੈਂਡ ਕਰਦੇ ਆ। ਤਾਂ ਜੋ ਨੰਬਰ ਆਫ ਮੋਲੀਕਿਊਲਸ ਜੋ ਕਿਸ ਦੇ ਨਾਲ ਪ੍ਰੈਜ਼ੈਂਟ ਹੈ, ਵੋਲ ਦੇ, ਕੰਟੇਨਰ ਦੀ ਵੋਲ ਦੇ ਨਾਲ ਪ੍ਰੈਜ਼ੈਂਟ ਹੈ, ਤਾਂ ਉਸ ਦਾ ਅਗਰ ਆਪਾਂ ਗੱਲ ਕਰੀਏ ਉਹ ਕਿਸ 'ਤੇ ਡਿਪੈਂਡ ਕਰੂਗੀ, ਡੈਂਸਿਟੀ 'ਤੇ ਤਾਂ ਡਿਪੈਂਡ ਕਰੇਗੀ। ਬਟ ਉਹਦੇ ਵਿੱਚ ਜੋ ਪ੍ਰੈਸ਼ਰ ਕੀ ਹੋ ਜਾਏਗਾ, ਡਿਕਰੀਜ਼ ਹੋ ਜਾਏਗਾ। ਪ੍ਰੈਸ਼ਰ ਕੀ ਹੋ ਜਾਏਗਾ, ਡਿਕਰੀਜ਼ ਹੋ ਜਾਏਗਾ। ਕਿਉਂ, ਕਿਉਂਕਿ ਉਹ ਸਿਰਫ ਕਿੱਥੇ ਪ੍ਰੈਜ਼ੈਂਟ ਨੇ, ਵੋਲ 'ਤੇ ਪ੍ਰੈਜ਼ੈਂਟ ਨੇ, ਕੰਟੇਨਰ ਦੀ ਜੋ ਵੋਲ ਪ੍ਰੈਜ਼ੈਂਟ ਹੈ। ਇਸ ਵੇ ਦੇ ਨਾਲ ਜੋ ਪ੍ਰੈਸ਼ਰ ਹੈ ਆਪਣੇ ਕੋਲ, ਸਮੋਲ ਪੀ ਨਾਲ ਲਿਖ ਰਹੀ ਹਾਂ, ਇਹ ਡਾਇਰੈਕਟਲੀ ਪ੍ਰਪੋਰਸ਼ਨਲ ਹੋ ਜਾਏਗਾ ਰੋ ਦਾ ਸਕੇਅਰ। ਰੋ ਆਪਣੇ ਕੋਲ ਕੀ ਹੈ, ਡੈਂਸਿਟੀ ਹੈ। ਦੇਖੋ ਹੁਣ ਰੋ ਆਪਣੇ ਕੋਲ ਕੀ ਹੁੰਦੀ ਹੈ, ਡੈਂਸਿਟੀ ਕਿਹਦੇ ਇਕੁਅਲ ਹੁੰਦੀ ਹੈ, ਮਾਸ ਅਪੋਨ ਵੋਲੀਅਮ, ਮਾਸ ਅਪੋਨ ਵੋਲੀਅਮ। ਇਸ ਦਾ ਮਤਲਬ ਅਗਰ ਮਾਸ ਕੌਨਸਟੈਂਟ ਕਰ ਦਈਏ ਆਪਾਂ ਪਾਰਟੀਕਲਸ ਦਾ, ਮੋਲੀਕਿਊਲਸ ਦਾ, ਇਹਦਾ ਮਤਲਬ ਵੋਲੀਅਮ ਦੇ ਕੀ ਹੋ ਜਾਏਗਾ, ਡਾਇਰੈਕਟਲੀ ਪ੍ਰਪੋਰਸ਼ਨਲ। ਇੱਥੇ ਹੁਣ ਮੈਂ ਵੈਲਿਊ ਪੁੱਟ ਕਰ ਸਕਦੀ ਹਾਂ, ਡਾਇਰੈਕਟਲੀ ਪ੍ਰਪੋਰਸ਼ਨਲ ਟੂ 1/v ਦਾ होल स्केयर, वॉल्यूम द होल स्केयर। डायरेक्टली प्रपोर्शनल हटा के कांस्टेंट मैंने लगाता स्मॉल ए, मीन्स ए वी द स्केयर, मैंने कांस्टेंट लिया, इज द स्केयर नहीं लगाया। तो अगर मैं गल करा, देखो चेंज इन वॉल्यूम जो आया टोटल वॉल्यूम दे विचों अगर आप गल करिए, चेंज इन वॉल्यूम कितना आ रहा अपने कोल, ए वी स्केयर आ रहा। तो हुण आपां की कर सकते हैं, अपने कोल की हुंदा पी ਪ੍ਰੈਸ਼ਰ पी वी इज इक्वल टू आर टी। वॉल्यूम च चेंज कितना आया सी अपने कोल, वी माइनस बी। ਪ੍ਰੈਸ਼ਰ ਦੇ ਵਿੱਚ, ਐਕਚੁਅਲ ਪ੍ਰੈਸ਼ਰ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਐਕਚੁਅਲ ਪ੍ਰੈਸ਼ਰ ਦੀ ਅਗਰ ਗੱਲ ਕਰੀਏ ਤਾਂ ਕੀ ਚੇਂਜ ਆ ਰਿਹਾ, ਜੋ ਪ੍ਰੈਸ਼ਰ ਅਪਲਾਈ ਹੋ ਰਿਹਾ ਪਲੱਸ
ए वाई वी स्केयर कॉन्सटेंट का की आ रहा अपने को चेंज आ रहा नाल वी माइनस बी है इज़ इक्वल टू आर टी। ये जो इक्वेशन है ये वंडरवाल इक्वेशन है किस दे लई रीयल गैस दे लई किस दे लई अपने कोल रीयल गैस दे लई जिस दे विच ए एंड बी अपने कोल की ने कॉन्सटेंट प्रेजेंट ने ए ते बी अपने कोल की ने कॉन्सटेंट टर्म्स प्रेजेंट ने। क्लीयर आई होप तुहानू समझ आ चुके हैं तो इस दे विच कोई भी डाउट नहीं होएगा और ये भी तुहाडे किस दे विच की है सिलेबस दे विच की है टर्म्स प्रेजेंट ने मीनस सिलेबस दे विच मैंशन किया होया तो ध्यान रखना है इस दे विच कन्फ्यूजन नहीं होना। नैक्सट आपां गल करांगे नैक्सट टॉपिक दी। नैक्सट टॉपिक देखते हैं। हाँ जी नैक्सट टॉपिक देखो आई होप तुहानू समझ आ चुके हैं। नैक्सट देखते हैं। नैक्सट है तुहाडा ये भी तुहाडा सिलेबस दे विच मैंशन है टॉपिक। देखो ये इस तो इलावा जो कुछ टॉपिक्स है ना वो आप सॉलिड स्टेट दे विच करांगे तो इदा नहीं सोचना कि आप छोड़ते वो आप सॉलिड स्टेट दे विच जरूर करांगे। थर्मोडायनामिक्स दे लई इन्ना ही फिर इस तो बाद आप MCQ सॉल्व करवावांगे थर्मोडायनामिक्स दे भी। सब तो पहले डिस्कस करते हैं इस टॉपिक नो भी जो लास्ट टॉपिक है। देखो जोल थॉमसन इफेक्ट जोल थॉमसन इफेक्ट की है। सब तो पहला अगर आप गल करिए ये आइसो जिस दे विच आइसो इंथैल्पी इफेक्ट है मीनस जिहदे विच इंथैल्पी की रहेगी सेम रहेगी। इसनों जूल कैल्विन इफेक्ट भी किया जाता है। इस दे विच की किया सी देखो ये जिन्ना है ये इन्ना ही करना है ज़्यादा डीपली जाने की जरूरत नहीं है। कहते अगर आप टैंपरेचर दे विच गैस के टैंपरेचर दे विच चेंज करते हैं और उस दे विचों पास होंदी है सॉरी टैंपरेचर दे चेंज होने दे नाल ਜਦੋਂ ਉਹਨੂੰ ਪੋਰਸ ਪਲੱਗ ਦੇ ਵਿੱਚੋਂ ਪੋਰਸ ਮਤਲਬ ਛੇਦਦਾਰ ਪਲੱਗ ਦੇ ਵਿੱਚੋਂ ਪਾਸ ਕੀਤਾ ਜਾਏਗਾ ਹਾਈ ਪ੍ਰੈਸ਼ਰ ਟੂ ਲੋ ਪ੍ਰੈਸ਼ਰ ਦੇ ਵਿੱਚ ਤਾਂ ਉਸਨੂੰ ਜੋਲ ਕੈਲਵਿਨ ਇਫੈਕਟ ਕਿਹਾ ਜਾਂਦਾ ਹੈ ਕਿਸੇ ਵੀ ਗੈਸ ਨੂੰ ਜਦੋਂ ਪਾਸ ਕਰਦੇ ਹਾਂ। ਇਸ ਦਾ ਪ੍ਰਿੰਸੀਪਲ ਕੀ ਸੀ ਇਸਨੇ ਕੀ ਦੱਸਣਾ ਸੀ ਕਿ ਫੋਰਸਿਸ ਪ੍ਰੈਜ਼ੈਂਟ ਹੁੰਦੀਆਂ ਨੇ ਕਿਸ ਦੇ ਵਿੱਚ ਗੈਸਿਸ ਦੇ ਮੋਲੀਕਿਊਲ ਦੇ ਵਿੱਚ ਐਗਜ਼ਿਸਟ ਕਰਦੀਆਂ ਨੇ ਫੋਰਸਿਸ ਇਸ ਦੀ ਕਨਫਰਮੇਸ਼ਨ ਦੇਣਾ ਸੀ। इस एक्सपैरीमेंट नूं पोरस प्लग एक्सपैरीमेंट भी किया जाता है जो सिल्क ते कॉटन तो बनिया होंगे एक ट्यूब की तरह इस वे दे नाल लगा लो जिहदे विच टैंपरेचर दोनों साइड के ट्यूब के विचों लिता जाता है। एक अगर आप गल करिए सेंसिटिव प्लैटिनम आएगा इत्थे सेंसिटिव प्लैटिनम रेजिस्टेंट थर्मामीटर लगे होंगे दो जो अलग अलग टैंपरेचर नूं नोट करते हैं जिहदे विच अगर मैं गल करा P1 प्रैशर ज़्यादा हुंदा है P2 नालों क्योंकि जो एक साइड है वो ओपन होएगी और दूसरी साइड की होएगी क्लोज होएगी बंद होएगी। क्लियर तो इस वे दे नाल गल करिए प्रैशर जो क्लोज साइड वाला है उसका ज़्यादा होएगा एज कंपैरिजन टू ओपन साइड क्योंकि जो गैस है वो एक्सपैंड करेगी एडियाबैटिकली। एडियाबैटिकली का मतलब की हुंदा है जदों जो हीट है ना तो बाहर जा सके ना मीनस ना उसका मैटर चेंज होवे ना एनर्जी एंड मैटर जदों चेंज नहीं होएगा उसनों आपां की बोल दिंदे आ एडियाबैटिकली तो गैस एक्सपैंड होएगी। इस प्रोसैस नूं थ्रोटलिंग किया जाता है याद रखना। नैक्सट गल करते हैं इन्हां दे रिजल्ट। देखो रिजल्ट की कहते हैं जो कूलिंग ऑब्जर्व एक्सैप्ट इस सब दे विच कूलिंग ऑब्जर्व करते हैं किसनों छोड़ के हाइड्रोजन एंड हीलीयम नूं छोड़ के हीलीयम गैस नूं छोड़ के सब दे विच कूलिंग शो करते हैं। जो टैंपरेचर है वो डायरैक्टली प्रपोर्शनल किसते है चेंज इन टैंपरेचर डायरैक्टली प्रपोर्शनल है प्रैशर के डिफरेंस दे इनीशियल फाइनल माइनस इनीशियल दे। क्लीयर थर्ड की है कूलिंग डिक्रीज होंदी है घटदी है कूलिंग की अपने को घटदी है किद्दां डिक्रीज होएगी जिद्दां जिद्दां आपां टैंपरेचर इनीशियल टैंपरेचर नूं की कर दांगे इनक्रीज कर दांगे। आई होप तुहानूं ये सारे कंसैप्ट्स क्लीयर हो जाणगे। इस दे नाल ही तुहाडी यूनिट थर्मोडायनामिक्स की हुंदी है कंप्लीट हो जाती है। अगर तुहाडा कोई डाउट होया तो तुसी कमेंट बॉक्स दे विच कमेंट करके दस सकदे हो। प्लीज़ फीडबैक ज़रूर दईओ कि तुहानूं वीडियो किद्दां दी लगी। फीडबैक ज़रूर देनी है अपने फ्रेंड्स दे नाल शेयर करो ते वीडियो नूं लाइक करना ना भुल्लियो। थैंक यू सो मच।